जी आए ਨੂੰ ਪਿਆਰੇ ਵਿਦਿਆਰਥੀਓ 12th ਕਲਾਸ ਦੀ ਇੰਗਲਿਸ਼ ਦੀ ਬੁੱਕ ਰੇਨਬੋ ਆਫ ਇੰਗਲਿਸ਼ ਉਸ ਦਾ ਸੈਕਸ਼ਨ A ਲੈਸਨ 2 ਦੀ ਮਾਰਚ ਕਿੰਗ। ਇਸ ਲੈਸਨ ਦੇ ਕੁਐਸਚਨ ਆਨਸਰਸ ਦਾ ਸੈਕਸ਼ਨ 1 ਅਰਥਾਤ ਸ਼ਾਰਟ ਆਨਸਰ ਟਾਈਪ ਕੁਐਸਚਨਸ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ। ਸੋ ਤੁਸੀਂ ਸਾਰੇ ਨੋਟਬੁੱਕ ਅਤੇ ਪੈਨ ਲੈ ਲਓ, ਆਨਸਰਸ ਨੂੰ ਨੋਟ ਡਾਊਨ ਕਰ ਲਓ, ਵੀਡੀਓ ਨੂੰ ਬੜੇ ਧਿਆਨ ਦੇ ਨਾਲ ਸੁਣੋ ਅਤੇ ਬਾਅਦ ਵਿੱਚੋਂ ਸਾਰੇ ਆਨਸਰਸ ਨੂੰ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਜ਼ਰੂਰ ਕਰੋ। ਸੋ ਆਓ ਸ਼ੁਰੂ ਕਰੀਏ। So heading A, answer the following questions in 10 to 15 words each, अर्थात short answer type questions ने। So question number 1, what did Philip want to become when he was a child? अर्थात ਜਦੋਂ ਫਿਲਿਪ ਇੱਕ ਛੋਟਾ ਜਵਾਕ ਸੀ, ਮਤਲਬ ਕਿ ਜਵਾਕ ਸੀਗਾ, ਜਦੋਂ ਨਿਆਣਾ ਸੀ, ਬੱਚਾ ਸੀ, ਉਹ ਕੀ ਬਣਨਾ ਚਾਹੁੰਦਾ ਸੀ? ਸੋ ਜਵਾਬ ਹੈ ਫਿਲਿਪ ਵਾਂਟਡ ਟੂ ਬਿਕਮ ਅ ਮਿਊਜ਼ੀਸ਼ੀਅਨ ਵੈਨ ਹੀ ਵਾਜ਼ ਅ ਚਾਈਲਡ। ਬੜਾ ਸਿੰਪਲ ਸਟ੍ਰੇਟ ਫਾਰਵਰਡ ਸ਼ਾਰਟ ਕੁਐਸਚਨ ਹੈ ਕਿ ਉਹ ਇੱਕ ਸੰਗੀਤਕਾਰ ਬਣਨਾ ਚਾਹੁੰਦਾ ਸੀ। Why did Philip learn violin quickly? Violin ਜਿਹੜੀ ਸਰੰਗੀ ਹੁੰਦੀ ਹੈ, ਕਹਿੰਦੇ ਫਿਲਿਪ ਨੇ ਸਰੰਗੀ ਵਜਾਣੀ ਇੰਨੀ ਛੇਤੀ ਕਿਉਂ ਸਿੱਖ ਲਈ? ਸੋ ਜਵਾਬ ਹੈ ਫਿਲਿਪ ਲਰਨਡ, ਡਿਡ ਹੈਗਾ ਨਾ ਬੱਚਿਓ, ਸੋ ਲਰਨ ਦਾ ਬਣ ਜਾਏਗਾ ਲਰਨਡ, ਸੈਕਿੰਡ ਫਾਰਮ ਹੋ ਜਾਏਗੀ, ਇਹ ਪਾਸਟ ਟੈਂਸ ਹੈ। ਇੱਥੇ ਵੀ ਦੇਖੋ ਡਿਡ ਸੀਗਾ ਤੇ ਵਾਂਟ ਦਾ ਬਣ ਗਿਆ ਵਾਂਟਡ, ਠੀਕ ਹੈ। ਸੋ ਫਿਲਿਪ ਲਰਨਡ ਵਾਇਲਿਨ ਕੁਇਕਲੀ, ਫਿਲਿਪ ਨੇ ਵਾਇਲਿਨ ਕੁਇਕਲੀ ਸਿੱਖ ਲਈ ਬਿਕੋਜ਼, ਕਿਉਂਕਿ ਹੀ ਐਂਜੋਇਡ ਲਰਨਿੰਗ ਟੂ ਪਲੇ ਇਟ, ਕਿਉਂਕਿ ਉਹਨੂੰ ਵਾਇਲਿਨ ਵਜਾਉਣਾ ਬੜਾ ਚੰਗਾ ਲੱਗਦਾ ਸੀ, ਇੰਜੋਏ ਕਰਦਾ ਸੀ, ਉਹ 'ਚ ਉਹਨੂੰ ਖੁਸ਼ੀ ਹੁੰਦੀ ਸੀ। ਹੁਣ ਬੱਚਿਓ ਜਿਸ ਕੰਮ ਵਿੱਚ ਸਾਨੂੰ ਖੁਸ਼ੀ ਮਿਲੇ ਫਿਰ ਅਸੀਂ ਉਹ ਕੰਮ ਬੜੀ ਛੇਤੀ ਸਿੱਖ ਲੈਂਦੇ ਹਾਂ, ਠੀਕ ਹੈ। ਸੋ ਕੁਦਰਤੀ ਗੱਲ ਹੈ। ਇਹਦਾ ਮਤਲਬ ਇਹ ਵੀ ਹੋਇਆ, ਇੱਧਰੋਂ ਇੱਕ ਸਿੱਖਿਆ ਇਹ ਮਿਲਦੀ ਹੈ ਕਿ ਜਿਹੜੇ ਕੰਮ ਸਾਨੂੰ ਕਰਨੇ ਚਾਹੀਦੇ ਨੇ ਉਹਦੇ ਵਿੱਚ ਸਾਨੂੰ ਖੁਸ਼ ਹੋਣ ਦੀ ਆਦਤ ਪਾਉਣੀ ਚਾਹੀਦੀ, ਮਨ ਮਾਰ ਕੇ, ਅਤੇ ਉਹਦੇ ਨਾਲ ਸਹਿਜੇ ਸਹਿਜੇ ਫਿਰ ਸਾਡੇ ਮਨ ਦਾ ਸੁਭਾਅ ਬਦਲ ਜਾਂਦਾ ਹੈ, ਠੀਕ ਹੈ। ਮੋਰ ਓਵਰ ਕਹਿੰਦੇ ਨਾਲੇ ਹੀ ਵਾਜ਼ ਟੈਲੈਂਟਡ, ਉਹਦੇ ਵਿੱਚ ਹੈ ਕੁਦਰਤੀ ਤੌਰ 'ਤੇ ਗੁਣ ਵੀ ਸੀਗਾ, ਟੈਲੈਂਟਡ ਮੈਨੇ ਉਹ 'ਚ ਖੂਬੀ ਉਹਦੇ ਅੰਦਰ ਇੱਕ ਹੈ ਲਿਆਕਤ ਸੀਗੀ। ਐਂਡ ਹੈਡ ਦੀ ਈਗਰਨੈਸ ਹੁੰਦੀ ਹੈ ਜਗਿਆਸਾ ਟੂ ਲਰਨ, ਅਤੇ ਉਹਦੇ ਅੰਦਰ ਸਿੱਖਣ ਦੀ ਵੀ ਜਗਿਆਸਾ ਸੀ। ਸੋ ਜਦੋਂ ਅੰਦਰੋਂ ਜਗਿਆਸਾ ਹੋਵੇ, ਉਹ ਕੰਮ ਕਰਕੇ ਖੁਸ਼ੀ ਵੀ ਮਿਲੇ ਅਤੇ ਲਿਆਕਤ ਵੀ ਹੋਵੇ, ਅਤੇ ਬੰਦਾ ਫਿਰ ਉਹ ਕੰਮ ਬਹੁਤ ਸਹਿਜੇ ਅਤੇ ਬੜੀ ਛੇਤੀ ਸਿੱਖ ਜਾਂਦਾ ਹੈ। Question number 3, why did Philip get into trouble on the day of the concert? Concert ਹੁੰਦਾ ਬੱਚਿਓ ਜਿੱਦਾਂ ਸੰਗੀਤ ਮੰਡਲੀ ਜਾਂ ਸੰਗੀਤ ਪਾਰਟੀ, ਠੀਕ ਹੈ, ਸੰਗੀਤ ਪਾਰਟੀ, ਠੀਕ ਹੈ। Why did Philip get into trouble on the day of the concert? ਅਰਥਾਤ ਕੰਸਰਟ ਵਾਲੇ ਦਿਨ, ਸੰਗੀਤ ਪਾਰਟੀ ਵਾਲੇ ਦਿਨ ਫਿਲਿਪ ਜਿਹੜਾ ਸੀਗਾ ਉਹ ਇੱਕ ਮੁਸੀਬਤ ਵਿੱਚ ਕਿੱਦਾਂ ਫਸਿਆ, ਕਿਉਂ ਫਸਿਆ, ਠੀਕ ਹੈ, ਵੀ ਕੀ ਪੰਗਾ ਪਿਆ। ਗੈਟ ਇਨ ਟਰਬਲ ਮਤਲਬ ਕਿ ਕੀ ਪੰਗਾ ਪਿਆ, ਕੀ ਪੌੜਾ ਪਿਆ। ਸੋ ਡਿਡ ਹੈਗਾ, ਸੋ ਗੈਟ ਦਾ ਬਣੇਗਾ ਗॉट, ਠੀਕ ਹੈ। ਸੋ ਫਿਲਿਪ ਗॉट ਇਨਟੂ ਟਰਬਲ ਔਨ ਦੀ ਕੰਸਰਟ ਡੇ, ਇਹਨਾਂ ਨੇ ਦੀ ਡੇ ਆਫ ਦੀ ਕੰਸਰਟ ਲਿਖਿਆ, ਮੈਂ ਛੋਟਾ ਕਰਕੇ ਕਰਦਾ ਕੰਸਰਟ ਡੇ, ਬਿਕੋਜ਼ ਕਿਉਂਕਿ ਹੀ ਵਾਜ਼ ਵੇਅਰਿੰਗ ਐਨ ਓਵਰਸਾਈਜ਼ਡ ਲੂਜ਼ ਸ਼ਰਟ, ਕਿਉਂਕਿ ਉਹਨੇ ਆਪਣੇ ਜਿਹੜਾ ਉਹਦਾ ਸਾਈਜ਼ ਸੀ ਉਹ ਤੋਂ ਵੱਡੀ ਅਤੇ ਢਿੱਲੀ ਸ਼ਰਟ ਪਾਈ ਹੋਈ ਸੀ। ਮੇਡ ਟੂ ਫਿਟ ਹਿਮ ਬਾਈ ਪਿੰਨਿੰਗ ਮੈਨੀ ਟਕਸ, ਟਕ ਹੁੰਦੇ ਬੱਚੋ ਮੋੜ, ਪਿੰਨਿੰਗ ਮੈਨੇ ਪਿੰਨਾ ਲਾ ਕੇ, ਮਤਲਬ ਕਿ ਜਿੱਦਾਂ ਅਸੀਂ ਬਾਂਹ ਲੰਮੀਆਂ ਬਾਹਾਂ ਨੂੰ ਫੋਲਡ ਕਰ ਲੈਂਦੇ ਹਾਂ ਕੁੜਤੇ ਦੀ ਜਾਂ ਕਮੀਜ਼ ਦੀ ਬਾਂਹ ਨੂੰ, ਅਤੇ ਉਹ ਢਿੱਲੀ ਕਮੀਜ਼ ਸੀਗੀ, ਅਤੇ ਉਹ ਜਿਹੜਾ ਉਹਦਾ ਟੀਚਰ ਸੀ ਉਹਦੀ ਕਮੀਜ਼ ਸੀ, ਅਤੇ ਉਹ ਟੀਚਰ ਦੀ ਵਾਈਫ ਨੇ ਕੀ ਕੀਤਾ, ਉਹ ਢਿੱਲੀ ਕਮੀਜ਼ ਪਾ ਕੇ ਅਤੇ ਉਹਨੂੰ ਫੋਲਡ ਕਰ ਕਰਕੇ ਮੋੜ ਕੇ ਉਹਨਾਂ ਨੂੰ ਆਪਣੀ ਕੀ ਕਹਿੰਦੇ ਕਮੀਜ਼ ਨੂੰ ਮੋੜ ਕੇ ਟਾਈਟ ਕਰਕੇ ਅਤੇ ਪਿੰਨਾਂ ਫਸਾਤੀਆਂ ਸੀਗੀਆਂ। ਸੋ ਮੇਡ ਟੂ ਫਿਟ ਹਿਮ, ਅਤੇ ਉਹ ਜਿਹੜੀ ਸ਼ਰਟ ਸੀ ਲੂਜ਼ ਓਵਰਸਾਈਜ਼ਡ, ਉਹਦੀ ਫਿਟਿੰਗ ਕਰ ਦਿੱਤੀ ਗਈ ਸੀ ਕਿੱਦਾਂ, ਉਹ ਮੋੜ ਕੇ ਉਹਦੇ ਫੋਲਡ ਬਣਾ ਕੇ ਤਹਿ ਲਾ ਕੇ ਦੇ ਉੱਤੇ, ਮਤਲਬ ਕਿ ਉਹ ਪਿੰਨਾਂ ਫਸਾਤੀਆਂ ਸੀਗੀਆਂ ਉਹਦੀ ਪਤਨੀ ਨੇ, ਉਹਦੇ ਟੀਚਰ ਦੀ ਪਤਨੀ ਨੇ। ਕਹਿੰਦੇ ਵਾਈਲ ਪਲੇਇੰਗ ਦੀ ਵਾਇਲਨ, ਅਤੇ ਫਿਰ ਕੀ ਹੋਇਆ, ਉਹ ਸਟੇਜ ਦੇ ਉੱਤੇ ਜਿਹੜੇ ਵਾਇਲਨ ਵਜਾ ਰਿਹਾ ਸੀਗਾ, ਉਹ ਬਾਂਹ ਹਿਲਦੀ ਪਈ ਸੀਗੀ ਅਤੇ ਇੱਦਾਂ ਦਾ ਸਰੀਰ 'ਤੇ ਖਿੱਚ ਪਈ ਜਿਹਦੇ ਪਿੰਨਾਂ, ਅਤੇ ਦੀ ਪਿੰਸ ਕੇਮ ਆਫ ਵਨ ਬਾਏ ਵਨ, ਇੱਕ ਇੱਕ ਕਰਕੇ ਪਿੰਨਾਂ ਬਾਹਰ ਆ ਗਈਆਂ। ਐਂਡ ਦੀ ਸ਼ਰਟ ਫੈਲ ਅਵੇ ਫਰੋਮ ਹਿਜ਼ ਨੈਕ, ਸੋ ਉਹਦੇ ਧੌਣ ਦੇ ਕੋਲ ਜਿਹੜੀ ਉੱਤੇ ਨੂੰ ਚੱਕ ਕੇ ਉਹ ਜਿਹੜੀ ਉੱਤੇ ਬਾਹਾਂ ਮੁੰਡੇ ਅਤੇ ਜਿਹੜੀ ਤੁਹਾਡਾ ਲੱਕ ਕਹਿ ਲਓ, ਛਾਤੀ, ਸਾਰਾ ਜਿਹੜੀਆਂ ਪਿੰਨਾਂ ਫਸਾਈਆਂ ਹੋਈਆਂ ਸੀ ਉਹਦੀ ਫਿੱਟ ਕਰਨ ਲਈ, ਉਹ ਪਿੰਨਾਂ ਇੱਕ ਕਰਕੇ ਬਾਹਰ ਨਿਕਲ ਗਈਆਂ, ਅਤੇ ਉਹ ਜਿੱਦਾਂ ਲੰਬਾ ਜਿਹਾ ਝੋਲਾ ਜਿਹਾ ਹੁੰਦਾ, ਉਹ ਸਾਰੀ ਜਿਹੜੀ ਧੌਣ ਤੋਂ ਲੈ ਕੇ ਥੱਲੇ ਤੱਕ ਉਹਦੀ ਜਿਹੜੀ ਸ਼ਰਟ ਸੀਗੀ, ਕਮੀਜ਼ ਸੀ, ਝੱਗਾ ਸੀ, ਉਹ ਡਿੱਗ ਗਿਆ। ਸੋ ਇਹ ਪੰਗਾ ਪਿਆ। ਸੋ ਕਹਿੰਦੇ ਹਾਊ ਡਿਡ ਫਿਲਿਪ ਮੈਨੇਜ ਟੂ ਗੈਟ ਅ ਕਲੀਨ ਡਰੈਸ, ਫਿਲਿਪ ਨੇ ਇੱਕ ਸਾਫ਼ ਵਰਦੀ ਦਾ ਪ੍ਰਬੰਧ ਕਿਵੇਂ ਕੀਤਾ, ਕਿਉਂਕਿ ਉਹ ਜਿਸ ਦਿਨ ਕੰਸਰਟ ਸੀ ਉਸ ਦਿਨ ਉਹ ਬਾਸਕਟਬਾਲ ਖੇਡਣ ਚਲਾ ਗਿਆ, ਅਤੇ ਐਨ ਮੌਕੇ 'ਤੇ ਘਰ ਆਇਆ, ਘਰ ਉਦੋਂ ਕੋਈ ਸੀਗਾ ਨਹੀਂ,
ਨਾ ਖਾਣ ਪੀਣ ਨੂੰ, ਤੇ ਕੱਪੜੇ ਵੀ ਪ੍ਰੈਸ ਦੀ ਲਾਂਡਰੀ ਵੀ ਨਹੀਂ ਆਈ ਸੀਗੀ। ਸੋ ਇਹ ਸਾਰਾ ਪੰਗਾ ਪੈ ਗਿਆ ਤੇ ਕਹਿੰਦੇ ਨੇ ਕਲੀਨ ਡਰੈਸ ਕਿਵੇਂ ਪ੍ਰਾਪਤ ਕੀਤੀ। ਸੋ ਡਿਡ ਹੈਗਾ ਬੱਚਿਓ, ਦੇਖੋ ਇਸ ਕਰਕੇ ਅਸੀਂ ਸੈਕਿੰਡ ਫਾਰਮ ਦੇ ਵਿੱਚ ਜਵਾਬ ਦੇਵਾਂਗੇ, ਜਿੱਥੇ ਵਰਬ ਆਏਗੀ ਸੈਕਿੰਡ ਫਾਰਮ ਆਏਗਾ, ਠੀਕ ਹੈ। ਫਿਲਿਪ ਟੋਲਡ ਹਿਜ਼ ਮਿਊਜ਼ਿਕ ਟੀਚਰ ਅਬਾਊਟ ਦੀ ਅਨਅਵੇਲੇਬਿਲਿਟੀ ਆਫ ਅ ਕਲੀਨ ਸ਼ਰਟ ਰਾਈਟ ਅਵੇ। ਰਾਈਟ ਅਵੇ ਮੈਨੇ ਯਕਦਮ, ਕਿ ਉਹ ਲਾਂਡਰੀ ਗਈ ਹੋਈ ਸੀ, ਘਰੋਂ ਕੱਪੜੇ ਧੋਣ ਗਏ ਹੋਏ ਸੀਗੇ, ਮਾਂ ਉਹਦੀ ਚਲੀ ਗਈ ਸੀ ਕਿਤੇ ਜ਼ਰੂਰੀ ਐਮਰਜੈਂਸੀ 'ਚ, ਘਰ ਕੋਈ ਵੀ ਨਹੀਂ ਸੀਗਾ ਤੇ ਉਹ ਕੱਪੜੇ ਨਹੀਂ ਸੀਗੇ, ਤੇ ਉਹਨੇ ਫਟਾਫਟ ਆਪਣੇ ਮਿਊਜ਼ਿਕ ਟੀਚਰ ਨੂੰ, ਜਿਹਨੇ ਕਿ ਮਿਊਜ਼ਿਕ ਕੰਸਰਟ ਅਰੇਂਜ ਕਰਾਇਆ ਸੀਗਾ, ਉਹਨੂੰ ਕਿਹਾ ਕਿ ਯਕਦਮ, ਰਾਈਟ ਅਵੇ ਮੈਨੇ ਇੱਕੋ ਦਮ, ਹੁਣ ਇੱਕ ਸਾਫ਼ ਕਮੀਜ਼ ਜਿਹੜੀ ਹੈ ਉਹ ਅਨਉਪਲਬਧ ਹੈ, ਉਪਲਬਧ ਨਹੀਂ ਹੈਗੀ, ਇਹ ਮੇਰੇ ਕੋਲ ਕਮੀਜ਼ ਨਹੀਂ ਹੈਗੀ। ਹਿਜ਼ ਟੀਚਰ ਸਜੈਸਟਡ, ਉਹਦੇ ਟੀਚਰ ਨੇ ਫਿਰ ਉਹਨੂੰ, ਉਸਤਾਦ ਨੇ ਉਹਨੂੰ ਸਲਾਹ ਦਿੱਤੀ, ਗੈਟਿੰਗ ਵਨ ਆਫ ਹਿਜ਼ ਸ਼ਰਟਸ, ਕਿ ਉਹ ਉਸ ਟੀਚਰ ਦੀ ਸ਼ਰਟ ਲੈ ਆਵੇ, ਵਨ ਆਫ ਹਿਜ਼ ਸ਼ਰਟਸ, ਉਹਦੇ ਝੱਗਿਆਂ 'ਚੋਂ ਇੱਕ ਝੱਗਾ ਲੈ ਲਵੇ, ਫਰੋਮ ਹਿਜ਼ ਵਾਈਫ, ਉਹਦੀ ਪਤਨੀ ਕੋਲੋਂ, ਐਟ ਹਿਜ਼ ਹੋਮ। ਉਹਦੇ ਟੀਚਰ ਨੇ ਕਿਹਾ ਤੂੰ ਭੱਜ ਕੇ ਮੇਰੇ ਘਰ ਜਾ, ਮੇਰੀ ਪਤਨੀ ਨੂੰ ਕਹਿ ਤੇ ਉਹ ਤੈਨੂੰ ਇੱਕ ਮੇਰੀ ਕਮੀਜ਼ ਦੇ ਦੇਗੀ, ਠੀਕ ਹੈ। ਹਿਜ਼ ਵਾਈਫ ਗੇਵ ਫਿਲਿਪ ਐਨ ਓਵਰਸਾਈਜ਼ ਸ਼ਰਟ, ਓਵਰਸਾਈਜ਼ ਹੀ ਕਿਉਂਕਿ ਜਿਹੜਾ ਉਹਦਾ ਟੀਚਰ ਸੀ ਉਹ ਥੋੜਾ ਉੱਚਾ ਲੰਬਾ ਹੋਣਾ, ਮੋਟਾ ਹੋਣਾ, ਉਹਦੇ ਫਿੱਟ ਨਹੀਂ ਆਈ, ਫਿਲਿਪ ਤੇ ਮੁੰਡਾ ਖੁੰਡਾ ਸੀਗਾ। ਸੋ ਹਿਜ਼ ਵਾਈਫ ਗੇਵ ਫਿਲਿਪ ਐਨ ਓਵਰਸਾਈਜ਼ ਸ਼ਰਟ ਐਂਡ ਪਿੰਡ ਐਨਫ ਟਕਸ ਟੂ ਫਿਟ ਹਿਮ, ਤੇ ਉਹਨੇ ਕੀ ਕੀਤਾ, ਉਸ ਕਮੀਜ਼ ਵਿੱਚ ਬੜੇ ਸਾਰੇ ਫੋਲਡ ਕਰ ਦਿੱਤੇ, ਉਹਨੂੰ ਮੜੀ ਮੋੜ ਕੇ ਪਿੰਨਾਂ ਫਸਾ ਦਿੱਤੀਆਂ ਤੇ ਕਮੀਜ਼ ਉਹਨੂੰ ਫਿੱਟ ਕਰਤੀ, ਅਰਥਾਤ ਜੁਗਾੜੂ ਕਰ ਦਿੱਤਾ ਕੰਮ। ਸੋ ਇਸ ਤਰ੍ਹਾਂ ਉਹਨੇ ਇੱਕ ਸਾਫ਼ ਵਰਦੀ ਦਾ ਇੰਤਜ਼ਾਮ ਕੀਤਾ। ਕੁਐਸਚਨ ਨੰਬਰ 5, ਵਟ ਮੇਡ ਦੀ ਕੰਸਰਟ ਅ ਫਲॉप ਸ਼ੋ ਫॉर ਫਿਲਿਪ। ਕੰਸਰਟ ਸ਼ੋ ਜਿਹੜਾ ਸੀਗਾ, ਇਹ ਮਿਊਜ਼ਿਕ ਦਾ ਜਿਹੜਾ, ਜਿੱਥੇ ਇਹਨੇ ਪਰਫਾਰਮ ਕਰਨਾ ਸੀ ਫਿਲਿਪ ਨੇ, ਉਹ ਫਲॉप ਕਿਵੇਂ ਹੋ ਗਿਆ, ਫੇਲ ਕਿਵੇਂ ਹੋ ਗਿਆ, ਅਰਥਾਤ ਫੁਸ ਕਿਵੇਂ ਹੋ ਗਿਆ। ਮਤਲਬ ਉਹਦੀ ਬੱਲੇ ਬੱਲੇ ਵਾਹ ਤੇ ਕੀ ਹੋਣੀ ਸੀਗੀ, ਉਹਦਾ ਜਲੂਸ ਨਿਕਲ ਗਿਆ ਫਿਲਿਪ ਦਾ, ਠੀਕ ਕਿੱਦਾਂ ਹੋਇਆ। ਸੋ ਕਹਿੰਦੇ ਫਿਲਿਪ ਵਾਜ਼ ਵੇਅਰਿੰਗ ਫॉर ਦੀ ਕੰਸਰਟ, ਫਿਲਿਪ ਨੇ ਪਾਈ ਹੋਈ ਸੀ ਫॉर ਦੀ ਕੰਸਰਟ ਵਾਸਤੇ ਅ ਲੂਜ਼ ਸ਼ਰਟ, ਇੱਕ ਢਿੱਲੀ ਕਮੀਜ਼, ਟਕਡ ਅਪ ਵਿਦ ਮੈਨੀ ਪਿੰਸ ਟੂ ਫਿਟ ਹਿਮ, ਜਿਹਦੇ 'ਚ ਬਹੁਤ ਸਾਰੀਆਂ ਪਿੰਨਾਂ ਜਿਹੜੀਆਂ ਨੇ ਉਹ ਲਾਈਆਂ ਹੋਈਆਂ ਸੀ ਤਾਂ ਕਿ ਕਮੀਜ਼ ਉਹਨੂੰ ਫਿੱਟ ਆ ਸਕੇ। ਪਿੰਸ ਕੇਮ ਆਫ ਐਜ਼ ਹੀ ਪਲੇਡ ਦੀ ਵਾਇਲਨ, ਤੇ ਜਿਹੜੀਆਂ ਪਿੰਨਾਂ ਸੀਗੀਆਂ ਉਹ ਇੱਕ ਇੱਕ ਕਰਕੇ ਝੜਨੀਆਂ ਨਿਕਲ ਗਈਆਂ, ਖਿੱਚ ਪਈ ਜਿਹੜੇ ਵਾਇਲਨ ਵਜਾ ਰਿਹਾ ਸੀਗਾ, ਤੇ ਉਹਦੇ ਨਾਲ ਪਿੰਨਾਂ ਬਾਹਰ ਆਉਣੀਆਂ ਸ਼ੁਰੂ ਹੋ ਗਈਆਂ। ਐਂਡ ਦੀ ਓਵਰਸਾਈਜ਼ ਸ਼ਰਟ ਫੈਲ ਅਵੇ ਫਰੋਮ ਹਿਜ਼ ਨੈਕ, ਤੇ ਉਹਦੀ ਧੌਣ ਤੋਂ ਥੱਲੇ ਨੂੰ ਝਾਲਰ ਵਾਂਗੂ, ਮਤਲਬ ਕਿ ਜਾਂ ਝੋਲੇ ਵਾਂਗੂ ਡਿੱਗ ਗਈ ਉਹਦੀ ਜਿਹੜੀ ਓਵਰਸਾਈਜ਼ ਸ਼ਰਟ ਸੀਗੀ। ਇਟ ਇਵੋਕਡ ਲਾਫਟਰ ਫਰੋਮ ਦੀ ਆਡੀਅੰਸ, ਇਸ ਗੱਲ ਨੇ ਦਰਸ਼ਕਾਂ ਵਿੱਚੋਂ ਹਾਸਾ ਠੱਠਾ ਨੂੰ ਜਨਮ ਦਿੱਤਾ। ਇਵੋਕ ਨੇ ਬਾਹਰ ਕੱਢਿਆ ਵੀ, ਉਹਦੇ ਪ੍ਰਤੀਕਰਮ ਵਜੋਂ ਕੀ ਹੋਇਆ, ਸਾਰੇ ਆਡੀਅੰਸ ਜਿਹੜੇ ਸੀਗੇ, ਜਿਹੜੇ ਦਰਸ਼ਕ ਸੀਗੇ, ਉਹ ਉੱਚੀ ਉੱਚੀ ਇਹ ਦੇਖ ਕੇ ਹੱਸਣ ਲੱਗ ਗਏ। ਇਨ ਐਂਬਰੈਸਡ ਕਨਫਿਊਜ਼ਨ, ਤੇ ਉਹ ਬਿਲਕੁਲ ਸ਼ਰਮਿੰਦਗੀ ਦੇ ਵਿੱਚ ਬੌਂਦਲ ਗਿਆ। ਐਂਬਰੈਸਮੈਂਟ ਹੁੰਦਾ ਵੀ ਜਿਹਦਾ ਸ਼ਰਮਿੰਦਾ ਜਿਹਾ ਹੋਣਾ, ਕਨਫਿਊਜ਼ਨ ਨੇ ਬੌਂਦਲ ਗਿਆ। ਸੋ ਇਸ ਬੌਂਦਲੇ ਹੋਏ ਸ਼ਰਮਿੰਦਗੀ ਵਿੱਚ ਹੀ ਸਟਾਪ ਪਲੇਇੰਗ ਐਬਰਪਟਲੀ, ਤੇ ਉਹਨੇ ਇੱਕੋ ਵਿੱਚ ਹੀ ਵਾਇਲਨ ਵਜਾਣੀ ਬੰਦ ਕਰ ਦਿੱਤੀ। ਐਬਰਪਟਲੀ ਮੈਨੇ ਬਿਲਕੁਲ ਝਟਕੇ ਦੇ ਨਾਲ, ਮਤਲਬ ਕਿ ਉਹਨੇ ਇੱਕ ਨਾ ਇੱਕ ਤਰ੍ਹਾਂ ਸਮਾਪਨ ਕਰਨਾ, ਭੂਮਿਕਾ ਬਣ ਕੇ ਬੜੇ, ਉਹਨੇ ਇੱਕਦਮ ਵਜਾਣੀ ਬੰਦ ਕਰਤੀ। ਐਂਡ ਰਸ਼ਡ ਆਫ ਦੀ ਸਟੇਜ, ਤੇ ਸਟੇਜ ਤੋਂ ਇੱਕਦਮ ਭੱਜ ਗਿਆ। ਇਟ ਇਜ਼ ਵਟ ਮੇਡ ਦੀ ਕੰਸਰਟ ਆ ਫਲॉप ਸ਼ੋ ਫॉर ਫਿਲਿਪ। ਇੱਥੇ ਬੱਚਿਓ ਮੇਰੇ ਖਿਆਲ ਇਜ਼ ਨਹੀਂ ਆਉਣਾ ਚਾਹੀਦਾ, ਇੱਥੇ ਆਏਗਾ ਵਾਸ। ਹੁਣ ਤੁਸੀਂ ਪੁੱਛੋ ਕਿਉਂ ਬੱਚੇ, ਦੇਖੋ ਗ੍ਰਾਮਰ ਦੀ ਗਲਤੀ ਹੈ, ਦੇਖੋ ਮੈਂ ਜਲਦੀ ਧਿਆਨ ਲਿਖਿਆ, ਮੈਂ ਧਿਆਨ ਨਹੀਂ ਦਿੱਤਾ। ਇਹ ਲੱਗਦਾ ਇੱਕ ਪਹਿਲੇ ਲੈਸਨ 'ਚ ਮੈਂ ਇਸ ਤਰ੍ਹਾਂ ਮੇਰੇ ਕੋਲੋਂ ਹੋ ਗਿਆ, ਮੂੰਹ ਚੜਿਆ ਨਾ ਇਟ ਇਜ਼, ਕਿਉਂਕਿ ਇੱਥੇ ਬੱਚੇ ਆਏਗਾ ਇਟ ਵਾਜ਼। ਹੁਣ ਪੁੱਛੋ ਆ ਵਾਜ਼ ਕਿਉਂ, ਕਿ ਮੇਡ, ਦੇਖੋ ਸਾਰਾ ਪਾਸਟ ਟੈਂਸ ਹੈ, ਵਾਜ਼, ਪਲੇਡ, ਇਵੋਕਡ, ਸਟਾਪਡ, ਸੋ ਇੱਥੇ ਵਾਜ਼ ਆਏਗਾ, ਇਜ਼ ਨਹੀਂ ਗੱਲ ਬਣੇਗਾ। ਇਟ ਵਾਜ਼ ਵਟ ਮੇਡ ਦੀ ਕੰਸਰਟ ਆ ਫਲॉप ਸ਼ੋ ਫॉर ਫਿਲਿਪ। ਇਹ ਸਾਰੀ ਜਿਹੜੀ ਕਹਾਣੀ ਸੀਗੀ, ਇਹ ਜਿਹੜਾ ਸਾਰਾ ਭਾਣਾ ਵਾਪਰਿਆ, ਇਹਨੇ ਉਹਦੇ ਕੰਸਰਟ ਨੂੰ, ਫਿਲਿਪ ਦੇ ਕੰਸਰਟ ਨੂੰ ਫੁਸ ਕਰ ਦਿੱਤਾ। ਸੋ ਕੁਐਸਚਨ ਨੰਬਰ 6, ਵਟ ਡਿਡ ਫਿਲਿਪ ਟੇਕ ਅਪ ਆਫਟਰ ਹਿਜ਼ ਫੇਲੀਅਰ ਔਨ ਦੀ ਕੰਸਰਟ ਸਟੇਜ, ਅਰਥਾਤ ਕੰਸਰਟ ਸਟੇਜ ਦੇ ਉੱਤੇ ਜਦੋਂ ਇਹ ਉੱਪਰ ਭਾਣਾ ਵਾਪਰਿਆ, ਜਦੋਂ ਉਹਦਾ ਮਤਲਬ ਕਿ ਉਹਦਾ ਜਲੂਸ ਨਿਕਲ ਗਿਆ, ਉਹਦਾ ਜੋ ਫੇਲੀਅਰ ਹੋਇਆ, ਨਾਕਾਮਯਾਬੀ ਹੋਈ, ਉਸ ਤੋਂ ਬਾਅਦ ਫਿਲਿਪ ਨੇ ਟੇਕਅਪ ਹੁੰਦੇ, ਫਿਰ ਉਹਨੇ ਕੀ ਕੰਮ ਸ਼ੁਰੂ ਕੀਤਾ, ਉਹਨੇ ਫਿਰ ਕੀ ਕਰਨਾ ਸ਼ੁਰੂ ਕਰਤਾ। ਸੋ ਆਫਟਰ ਹਿਜ਼ ਫੇਲੀਅਰ ਔਨ ਦੀ ਕੰਸਰਟ ਸਟੇਜ ਕੌਮਾ ਫਿਲਿਪ ਟੁਕ ਅਪ, ਇਹਦੇ ਕੋਲ ਡਿਡ ਹੈਗਾ ਨਾ, ਸੋ ਟੇਕਅਪ ਦਾ ਬਣ ਜਾਏਗਾ ਟੁਕ ਅਪ ਵਰਕ ਐਟ ਅ ਬੇਕਰੀ। ਬੇਕਰੀ ਹੁੰਦੇ ਵਿੱਚ ਜਿੱਥੇ ਬੰਨ, ਡਬਲ ਰੋਟੀ, ਕੇਕ, ਜਿਹੜੀਆਂ ਚੀਜ਼ਾਂ ਆਵੇ ਵਿੱਚ ਪਕਾਈਆਂ ਜਾਂਦੀਆਂ ਨੇ, ਤੰਦੂਰ ਵਿੱਚ ਪਕਾਈਆਂ ਜਾਂਦੀਆਂ ਨੇ, ਪੈਟੀ ਹੋ ਗਈ, ਮਫਿਨਸ ਹੋ ਗਏ, ਜਾਂ ਪੀਜ਼ਾ ਬੇਸ ਹੋ ਗਏ, ਮਤਲਬ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਜੇ ਬੇਕਿੰਗ ਕੀਤੀ ਜਾਂਦੀ ਹੈ, ਚੀਜ਼ਾਂ ਨੂੰ ਭੁੰਨਿਆ ਜਾਂਦਾ ਹੈ,
उत्थे बेकरी यूरोप के विच अमरीका विच बेकरी बड़ा तगड़ा उन्हां दा एक मतलब की है कामकार है, जिद्दां साडी इंडिया चटनियां लई मुरब्बियां लई अचारां लई मशहूर है, यूरोप जिहड़े गोरियां च बेकरी का काम बड़ा कमाल दा इन्हां दा। क्योंकि मैं मर्चेंट नेवी च गया तो इन्हां देशां जाके देखा, उत्थे तुसीं केकां दी वैरायटी देख के दंग रह जाओगे। सो आफ्टर हिज फेलियर ऑन द कंसर्ट स्टेज फिलिप टुक अप वर्क एट अ बेकरी, उन्हें बेकरी ते काम करना शुरू किया। वाई कुडंट फिलिप वर्क एट दी बेकरी, फिलिप जिहड़ा सीगा वो बेकरी दे काम क्यों ना कर सकिया। सो फिलिप कुड नॉट वर्क एट दी बेकरी बिकॉज दी रूटीन एट दी बेकरी वाज एक्सट्रीमली टायरिंग। उत्थे बेकरी उत्ते जिहड़ा रोज़ का नेम सीगा, रूटीन सीगा, वो अत दा थकान वाला सीगा। एंड ही वॉज नॉट गैटिंग इनफ ब्रेक्स टू रेस्ट एंड रिकवर, तो उन्होंने बहुता समा ब्रेक नहीं मिलती सी आराम करने लई ते मुड़ के फ्रैश होने लई, तरोताज़ा होने लई, रिकवर करने लई। इस करके ਉਹਦੇ थोड़े दिनों च बुरा हाल हो गया सीगा। सो क्वेश्चन नंबर 8, वाई डिड फिलिप्स फादर टेक हिम फॉर अ वॉक, फिलिप के पिता जी ने उन्होंने सैर वास्ते क्यों लैके गए, बहाने नाल है ना लैके गए सी, कहते चल सैर करन चलीए फॉर अ वॉक। सो जवाब है फिलिप्स फादर टुक, देखो डिड है, सो टेक दा बन जाएगा टुक। फिलिप्स फादर टुक हिम फॉर अ वॉक टू इनलिस्ट हिम, इनलिस्ट होंदा है लिस्ट विच मतलब कि एंटर करवाना, अर्थात भर्ती करवाना। टू इनलिस्ट हिम एज एन अप्रेंटिस, अप्रेंटिस ने ट्रेनी, जिन्होंने उसी कहते रंगरूट, रंगरूट के तौर पर उन्होंने भर्ती कराने लै गए एट दी यूनाइटेड स्टेट्स मेरीन बैरक्स, अर्थात जी यूनाइटेड स्टेट की जी फौज का जोड़ा सीगा बैरक्स जिन्होंने कहते हैं बिल्डिंग, उत्थे लै गए, उत्थे उन्होंने नाम लिखाण, उन्होंने भर्ती कराण टू स्टडी म्यूजिक इन दी मेरीन बैंड। सो जो मिलटरी का बैंड सीगा मेरीन बैंड जिन्होंने कहते हैं, उत्थे म्यूजिक सीखण लई, क्योंकि उसके पिता को पता सी कि ये म्यूजिक का टैलेंट है। पर उस स्टेज के उत्ते जो वो शर्ट ढिली पाने करके जो सारी गड़बड़ हो गई सी, वो तो मन उचाट हो गया सीगा, पर उसके पिता को पता सीगा भी ये गुण है। सो आखिरी स्लाइड आ गई, क्वेश्चन नंबर 9, हाउ वाज फिलिप ल्योर्ड टू वर्क इन अ सर्कस। ल्योर होंदा बच्चों ललचाना, लालच देना, ल्योर, ठीक है। सो हाउ वाज फिलिप ल्योर्ड टू वर्क इन अ सर्कस, अर्थात फिलिप नू सर्कस विच काम करने लई किदां ललचाया गया। ल्योर्ड, हाउ वाज फिलिप हाउ वाज फिलिप ल्योर्ड, सो ल्योर होंदा है लालच देना या ललचाना, ठीक है। सो उन्होंने किवें ललचाया गया। सो जवाब है दी बैंड लीडर ऑफ अ सर्कस, किसी सर्कस का बैंड लीडर तो लंघ रहा सीगा ते फिलिप जो वायलिन बजा रहा सीगा, कहते हैपन टू लिसन एंड प्रेज्ड फिलिप्स वायलिन प्लेइंग। फिलिप द्वारा वायलिन जी बजाई जा रही सीगी, उन्हें किते राह जाते ने घर के जिदा घर के मोहरे लंघ रहा सीगा, वो कहना मैं 5 मिनट तो तेन सुन रहा, तो उन्हें देखा कि यह मुंडा बहुत सोहनी वायलिन बजाता है। ही हैपन टू लिसन, सुनी एंड प्रेज्ड, और उसकी सिफत की। फिर कहते ही ऑफर टू इंपलॉय हिम इन दी ट्रैवलिंग सर्कस, उन्हें कहा जी साड़ी सर्कस है, कभी इस पिंड कभी इस पिंड कभी इस पिंड कभी इस शहर कभी इस जिले असी ट्रैवलिंग करते हैं, तो सर्कस में असी लोगों को करके दिखाने, इतने म्यूजिक की भी लड़ होंगी है। सो ही ऑफर टू इंपलॉय हिम, उन्हें कहा कि तेनों मैं अपनी ट्रैवलिंग सर्कस में नौकरी दे दाँगा। प्रोमिसिंग, यह वादा करते हुए अ ब्राइट फ्यूचर भी तेरा बड़ा उजला भविख होएगा, एंड वंडरफुल लाइफ, तो जिंदगी बड़ी मजेदार होएगी, उन्हें दादे सबज बाग दिखाए। इट वॉज हाउ फिलिप वॉज ल्योर्ड टू वर्क इन अ सर्कस, इस ढंग के नाल फिलिप नू सर्कस विच काम करने लई उन्हें चोगा पाया या उन्होंने ललचाया। क्वेश्चन नंबर 10, हाउ वॉज फिलिप अ सक्सैस एज द लीडर ऑफ द मेरीन बैंड। मेरीन बैंड जो सीगा यूएस मिलिटरी बैंड जिहड़ा सीगा, ਉਹਦੇ ਵਿੱਚ ਜਿਹੜਾ ਫਿਲਿਪ ਸੀ ਉਹ ਕਿਵੇਂ ਇੱਕ ਉਹਦੇ ਲੀਡਰ ਵਜੋਂ ਕਿਵੇਂ ਕਾਮਯਾਬ ਹੋਇਆ। ਸੋ ਜਵਾਬ ਹੈ पहली गल तो मेरीन बैंड इज़ दी ऑफिशियल बैंड ऑफ द प्रेजिडेंट ऑफ द यूनाइटेड स्टेट्स, बड़ा वड्डा रुतबा, बड़ा वड्डा मान सत्कार है। यूनाइटेड स्टेट्स के प्रेजिडेंट का जो मेरीन बैंड है यह एक ऑफिशियल बैंड है ਉਹਦਾ। फिलिप सर्वड एज बैंड मास्टर फॉर 5 डिफरेंट प्रेजिडेंट्स, तो 5 ਵੱਖਰੇ ਵੱਖਰੇ यूएस के प्रेजिडेंट्स के अंडर मतलब कि उन्हें एज अ बैंड मास्टर नौकरी की फिलिप ने। यह सारिया मतलब कामयाबी का मतलब कि गल्लां ने सारिया। कहते हैविंग रिटन मोर दैन 100 मार्चिस, मार्चिस मैंने जो मिलिटरी की मार्च होंगी परेड होंगी है, तो वो ट्यूना लिखिया सी, इन्हें ट्यूना बड़िया तैयार की, कहते 100 तो उपर भी वध इन्हें मार्चा की ट्यूना जड़ियाँ तैयार की। हैविंग रिटन मैंने कंपोज की, जिमें म्यूजिशियन जोड़े संगीतकार संगीत की ट्यून तैयार करते हैं, सो इन्हें मार्चा की जी मार्चिस होंगी परेडा सगियाँ 100 तो वध उन्हें ट्यूना तैयार की।
ਹੀ ਬਿਕੇਮ ਫੇਮਸ ਐਜ਼ ਦੀ ਮਾਰਚ ਕਿੰਗ, ਕਿਉਂਕਿ ਇੰਨੀਆਂ ਸਾਰੀ ਟਿਊਨਾਂ ਬਣਾ ਲਈਆਂ ਤੇ ਉਹਦਾ ਨਾਂ ਪੈ ਗਿਆ ਮਾਰਚ ਕਿੰਗ, ਤੇ ਇਹ ਪਰੇਡਾਂ ਦਾ ਰਾਜਾ ਹੈ। ਸੋ ਮਾਰਚ ਕਿੰਗ ਕਰਕੇ ਉਹ ਮਸ਼ਹੂਰ ਹੋਇਆ। He wrote one of the finest marches known as the Washington Post March. ਦੀ ਵਾਸ਼ਿੰਗਟਨ ਪੋਸਟ ਬੱਚਿਓ ਇੱਕ ਵਾਸ਼ਿੰਗਟਨ ਸ਼ਹਿਰ 'ਚ ਨਿਕਲਣ ਵਾਲੀ ਨੈਸ਼ਨਲ ਅਖਬਾਰ ਹੈਗੀ ਹੈ ਅਮਰੀਕਾ ਦੀ, ਬੜੀ ਮਸ਼ਹੂਰ ਬੜੀ ਸਤਿਕਾਰਤ ਅਖਬਾਰ ਹੈ, ਤੇ ਇਸ ਅਖਬਾਰ ਦਾ ਦੁਨੀਆ ਭਰ 'ਚ ਹਵਾਲਾ ਦਿੱਤਾ ਜਾਂਦਾ। ਸੋ ਇਹਦੇ ਵਿੱਚ ਕੋਈ ਗੱਲ ਲਿਖੀ ਹੋਈ, ਕੋਈ ਛਪੀ ਗਈ, ਉਹਦੀ ਬੜੀ ਇੱਕ ਵੈਲਿਊ ਹੈਗੀ ਹੈ। ਸੋ ਉਹਦਾ ਵਾਸ਼ਿੰਗਟਨ ਪੋਸਟ ਨੇ ਇੱਕ ਪ੍ਰੋਗਰਾਮ ਕੀਤਾ ਸੀਗਾ, ਅਵਾਰਡ ਦਾ ਕੋਈ ਇਨਾਮ ਦਾ ਫੰਕਸ਼ਨ ਸੀਗਾ, ਉਹਦੇ ਵਿੱਚ ਆਈ ਸੀ ਤੇ ਇਹਨਾਂ ਨੇ ਕਿਹਾ ਸੀਗਾ ਵੀ ਤੂੰ ਸਾਡੇ ਲਈ ਕੋਈ ਟਿਊਨ ਤਿਆਰ ਕਰਤੇ। ਉਸ ਵੇਲੇ ਇਹ ਟਿਊਨ ਬੜੀ ਮਸ਼ਹੂਰ ਹੋਈ ਸੀਗੀ ਤੇ ਉਹਦਾ ਨਾਂ ਸੀ ਦੀ ਵਾਸ਼ਿੰਗਟਨ ਪੋਸਟ ਮਾਰਚ, ਉਹਨੇ ਇਹ ਟਿਊਨ ਤਿਆਰ ਕੀਤੀ ਸੀ। ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡਾ ਲੈਸਨ ਨੰਬਰ 2 ਦੀ ਮਾਰਚ ਕਿੰਗ ਦੇ ਸ਼ਾਰਟ ਆਨਸਰ ਟਾਈਪ ਕੁਐਸਚਨਸ। ਤੁਸੀਂ ਇਸੇ ਤਰ੍ਹਾਂ ਨੇਮ ਦੇ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚਲੋ ਤੇ ਅਗਲੀ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।